ਇਹ ਜਿਹੜੀ ਬੱਚੀ ਨਾਲ ਬੀਤੀ ਹੈ ਇਸ ਛੋਟੀ ਮਾਸੂਮ ਜੀ ਬੱਚੀ ਨਾਲ ਤੇ ਸਾਨੂੰ ਇਹ ਵੀ ਸੁਣਨ ਚ ਆਇਆ ਕਿ ਤੁਸੀਂ ਇਹ ਕੇਸ ਜਿਹੜਾ ਉਹਨਾਂ ਦਾ ਹੈ ਫ੍ਰੀ ਚ ਲੜ ਰਹੇ ਹੋ ਤੇ ਕਿਉਂ ਤੁਸੀਂ ਇਹ ਫ੍ਰੀ ਕਿਉਂ ਲੜਨਾ ਤਾਂ ਕੋਈ ਜਵਾਬ ਨਹੀਂ ਹੈਗਾ ਮੇਰੇ ਕੋਲ, ਲੇਕਿਨ ਸਾਡੀ ਜ਼ਮੀਰ ਦੀ ਆਵਾਜ਼ ਹੈਗੀ ਹੈ। ਹਿੰਦੁਸਤਾਨ ਦੇ ਨਾਗਰਿਕਾਂ ਦੀ ਇੱਕ ਡਿਊਟੀ ਬਣਦੀ ਹੈਗੀ ਹੈ ਬੱਚੇ ਦੇ ਪ੍ਰਤੀ ਇੱਕ ਬਾਰਬੇਰਿਕ ਜਿਹੜਾ ਇਨਸੀਡੈਂਟ ਹੋਇਆ ਕਿ ਉਹਦੇ ਵਿੱਚ ਤਾਂ ਕਿ ਫਰਦਰ ਇਹ ਨਾ ਹੋ ਸਕਣ। ਲੇਕਿਨ ਅਗਰ ਤੁਸੀਂ ਦੇਖੋ ਸਿਮਿਲਰ ਇਨਸੀਡੈਂਟ ਇੱਕ ਦਿੱਲੀ 'ਚ ਹੋ ਗਿਆ 5.5 ਸਾਲ ਦੇ ਬੱਚੇ ਦਾ, ਔਰ ਸਿਮਿਲਰ ਨੇਚਰ ਦਾ ਇਨਸੀਡੈਂਟ ਇੱਕ ਹੁਣ ਇੰਗਲੈਂਡ 'ਚ ਹੋਇਆ ਹੈਗਾ ਜਿਹੜਾ ਕੱਲ੍ਹ ਰਿਪੋਰਟ ਹੋਇਆ। ਇਹ ਜਿਹੜਾ ਸਿਸਟਮ ਹੈਗਾ, ਅਗਰ ਅਸੀਂ ਕੋਈ ਨਹੀਂ ਲੜਾਈ ਲੜਾਂਗੇ, ਕੋਈ ਲਾਇਰ ਸਾਹਮਣੇ ਨਹੀਂ ਆਊਗਾ, ਇੱਕ ਪ੍ਰੋਸੀਕਿਊਸ਼ਨ ਨੂੰ ਹੈਲਪ ਨਹੀਂ ਕਰੂਗਾ, ਪ੍ਰੋਸੀਕਿਊਸ਼ਨ ਨੂੰ ਅਸਿਸਟ ਨਹੀਂ ਕਰੂਗਾ, ਫੈਮਿਲੀ ਨੂੰ ਅਸਿਸਟ ਨਹੀਂ ਕਰੂਗਾ, ਤਾਂ ਲੋਕੀ ਜਿਹੜੀ ਹੁੰਦੀ ਹੈ ਕਾਨੂੰਨੀ ਲੜਾਈ ਉਹ ਤੋਂ ਹਾਰ ਜਾਂਦੇ ਆ, ਡਰ ਜਾਂਦੇ ਆ ਕਿ ਬਹੁਤ ਲੰਬੀ ਚੱਲਦੀ ਹੈ। ਇਸ ਕਰਕੇ ਮੇਰੇ ਮਨ ਨੇ ਔਰ ਮੇਰੇ ਪਰਿਵਾਰ ਨੇ ਮੈਨੂੰ ਕਿਹਾ ਕਿ ਤੁਸੀਂ ਲੜਾਈ ਲੜਨੀ ਹੈ ਅਤੇ ਅਸੀਂ ਫਿਰ ਸਾਰਿਆਂ ਨਾਲ ਮਿਲ ਕੇ ਇੱਕ ਡਿਸੀਜ਼ਨ ਲਿਆ ਕਿ ਅਸੀਂ ਇਹਨਾਂ ਨੂੰ ਇੱਕ ਐਜ਼ ਅ ਫ੍ਰੀ ਲੜਾਈ ਲੜਾਂਗੇ ਜਿਸ 'ਚ ਅਸੀਂ ਵੀ ਆਰ ਨੋਟ ਚਾਰਜਿੰਗ ਐਨੀਥਿੰਗ। ਅਸੀਂ ਰਾਦਰ ਪੈਸੇ ਵੀ ਆਪਣੇ ਪੱਲਿਓਂ ਲਾਵਾਂਗੇ, ਕੋਈ ਐਪਲੀਕੇਸ਼ਨਸ ਹੁੰਦੀ ਹੈ, ਟਿਕਟਸ ਲਗਾਉਣੀਆਂ ਹੁੰਦੀਆਂ, ਟਾਈਪਿੰਗ ਦਾ ਹੁੰਦਾ, ਸਾਰਾ ਕੁਝ ਜੋ ਵੀ ਹੋਇਆ ਵਿਲ ਸਪੈਂਡ ਇਟ ਫਰੋਮ ਆਵਰ ਪੋਕਟ। ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਤੇ ਤੁਹਾਡੇ ਅਕੋਰਡਿੰਗ ਕੀ ਸਜ਼ਾ ਹੋਣੀ ਚਾਹੀਦੀ? ਪਨਿਸ਼ਮੈਂਟ ਇਨ ਦਿਸ ਕੇਸ ਅਮਰੀਕਾ ਵਿੱਚ ਚਲੇ ਜਾਓ, ਕੈਨੇਡਾ ਚਲੇ ਜਾਓ, ਕਿਸੇ ਵੀ ਸਟੇਟ ਚਲੇ ਜਾਓ, ਕੰਟਰੀ ਚਲੇ ਜਾਓ, ਉੱਥੇ ਸਜ਼ਾ 500 ਸਾਲ ਦੀ ਹੁੰਦੀ, 600 ਸਾਲ ਦੀ ਹੁੰਦੀ ਹੈ। ਸਾਡੇ ਪਹਿਲੇ ਪ੍ਰੋਸੀਜਰ ਇਹ ਨਹੀਂ ਸੀਗਾ, ਸਾਡੇ ਲਾਈਫ ਇੰਪ੍ਰਿਜ਼ਨਮੈਂਟ ਹੁੰਦੀ ਸੀਗੀ ਤਾਂ ਉਹ 14 ਈਅਰਸ ਤੋਂ ਬਾਅਦ ਬੰਦਾ ਆ ਜਾਂਦਾ ਸੀਗਾ। ਲੇਕਿਨ ਹੁਣ ਸਾਡੇ ਲੇਟਲੀ ਸੁਪਰੀਮ ਕੋਰਟ ਨੇ ਹੋਲਡ ਕਰਤਾ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਲਾਈਫ ਇੰਪ੍ਰਿਜ਼ਨਮੈਂਟ, ਥਰੂ ਆਊਟ ਉਹਨੇ ਜੇਲ੍ਹ 'ਚ ਰਹਿਣਾ। ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਇਟ ਰੇਅਰੈਸਟ ਆਫ ਦਾ ਰੇਅਰ ਕੇਸ ਹੈ ਜਿੱਥੇ ਇੱਕ ਰਿਲੇਸ਼ਨ ਹੀ ਨਹੀਂ, ਇੱਕ ਬੱਚੇ ਨੂੰ ਬੜਾ ਗਲਤ ਮਤਲਬ ਬਰੂਟਲ ਤਰੀਕੇ ਨਾਲ ਉਹਨੂੰ ਮਰਡਰ ਕੀਤਾ ਗਿਆ। ਉਹਦੇ ਮੂੰਹ 'ਚ ਰੇਤਾ, ਉਹਦੇ ਲੰਗਸ ਵਿੱਚ ਰੇਤਾ, ਨੱਕ ਵਿੱਚ ਰੇਤਾ, ਜਿਹੜਾ ਕਿ ਉੱਥੇ ਬੰਦਾ ਸੋਚ ਸਕਦਾ ਕਿ ਕਿੰਨਾ ਕੁ ਬੰਦਾ ਬੱਚਾ ਤੜਫਿਆ ਹੋਊਗਾ। ਤਾਂ ਵੀ ਲਾਸਟ ਫॉर ਦੀ ਐਗਜ਼ੈਂਪਲਰੀ ਜਿਹੜੀ ਹੈਗੀ ਹੈ ਪਨਿਸ਼ਮੈਂਟ ਐਂਡ ਦੈਟ ਟੂ ਅ ਡੈਥ ਪੈਨਲਟੀ ਰੈਦਰ ਇਨ ਦਿਸ ਕੇਸ। ਵੀ ਕਿਹਾ ਜਾ ਰਿਹਾ ਕਿ ਇਸ ਵਿੱਚ ਕੱਲੀ ਨੀਲਮ ਦਾ ਹੱਥ ਨਹੀਂ ਹੈਗਾ, ਇਸ ਵਿੱਚ ਕੋਈ ਗਰੋਹ ਵੀ ਸ਼ਾਮਿਲ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਕੱਲੀ ਨੀਲਮ ਦਾ ਹੱਥ ਹੈ ਜਾਂ ਕੋਈ ਹੋਰ ਵੀ ਸ਼ਾਮਿਲ? ਇਹ ਚੀਜ਼ਾਂ ਸਾਰੀਆਂ ਇਨਵੈਸਟੀਗੇਸ਼ਨ ਦੀ ਗੱਲ ਹੈ, ਸੋ ਆਈ ਕੈਨ ਨਾਟ ਕਮੈਂਟ ਔਨ ਦਿਸ ਥਿੰਗ ਕਿਉਂਕਿ ਅੱਜ ਮੈਂ ਕੋਈ ਚੀਜ਼ ਕਮੈਂਟ ਕਰੂੰਗਾ ਤਾਂ ਇਟ ਵਿਲ ਹੈਂਪਰ ਦੀ ਪੁਲਿਸ ਇਨਵੈਸਟੀਗੇਸ਼ਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਮੈਂ ਸ਼ਪ੍ਰੀਤ ਕੌਰ। ਬੀਤੇ ਕੁਝ ਦਿਨਾਂ ਤੋਂ ਦਿਲਰੋਜ਼ ਜਿਹੜੀ ਮਾਸੂਮ ਜਿਹੀ ਬੱਚੀ ਜੋ ਕਿ 2.5 ਸਾਲਾਂ ਦੀ ਬੱਚੀ ਜਿਸ ਨੂੰ ਭੂਆ ਬਣੀ ਗੁਆਂਢਣ ਨੇ ਬੜੀ ਹੀ ਬੇਰਹਿਮੀ ਨਾਲ ਜਿਸ ਦਾ ਕਤਲ ਕਰ ਦਿੱਤਾ ਤੇ ਹੁਣ ਉਸ ਦੇ ਲਈ ਕਾਫੀ ਕੈਂਡਲ ਮਾਰਚ ਵੀ ਕੱਢੇ ਜਾ ਰਹੇ ਨੇ। ਬੀਤੇ ਦਿਨੀ ਮਨੀਸ਼ਾ ਗੁਲਾਟੀ ਜੀ ਵੀ ਹੋ ਕੇ ਗਏ ਹਨ ਤੇ ਜਿਸ ਦਾ ਕੇਸ ਵੀ ਹੁਣ ਚੱਲ ਰਿਹਾ ਹੈ ਤੇ ਹੁਣ ਇਸ ਕੇਸ ਦੇ ਰਿਗਾਰਡਿੰਗ ਹੀ ਥੋੜੀ ਆਪਾਂ ਗੱਲਬਾਤ ਕਰਾਂਗੇ। ਜੋ ਉਹਨਾਂ ਦਾ ਕੇਸ ਲੜ ਰਹੇ ਨੇ ਐਡਵੋਕੇਟ ਪਰੋਪਕਾਰ ਸਿੰਘ ਘੁੰਮਣ, ਆਪਾਂ ਉਹਨਾਂ ਨਾਲ ਥੋੜੀ ਗੱਲਬਾਤ ਕਰਾਂਗੇ ਕਿ ਇਸ ਕੇਸ ਵਿੱਚ ਅੱਗੇ ਹੁਣ ਕੀ ਮੋੜ ਆ ਰਿਹਾ ਹੈ। ਤੇ ਸਰ ਪਹਿਲਾਂ ਤੁਸੀਂ ਦੱਸੋ ਕਿ ਜਿਹੜਾ ਇਹ ਬੱਚੀ ਨਾਲ ਹੋਇਆ ਹੈ, ਇਹ ਜਿਹੜੀ ਬੱਚੀ ਨਾਲ ਬੀਤੀ ਹੈ ਇਸ ਛੋਟੀ ਮਾਸੂਮ ਜੀ ਬੱਚੀ ਨਾਲ, ਤੇ ਸਾਨੂੰ ਇਹ ਵੀ ਸੁਣਨ ਚ ਆਇਆ ਕਿ ਤੁਸੀਂ ਇਹ ਕੇਸ ਜਿਹੜਾ ਉਹਨਾਂ ਦਾ ਹੈ ਫ੍ਰੀ ਚ ਲੜ ਰਹੇ ਹੋ ਤੇ ਕਿਉਂ ਤੁਸੀਂ ਇਹ ਫ੍ਰੀ ਚ ਲੜ ਰਹੇ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਉਂ ਲੜਨਾ ਤਾਂ ਕੋਈ ਜਵਾਬ ਨਹੀਂ ਹੈਗਾ ਮੇਰੇ ਕੋਲ, ਲੇਕਿਨ ਸਾਡੀ ਜ਼ਮੀਰ ਦੀ ਆਵਾਜ਼ ਹੈਗੀ ਹੈ ਤੇ ਇਟਸ ਨੈਚੁਰਲ ਕਿ ਸੱਚ ਅ ਹੀਨੀਅਸ ਕ੍ਰਾਈਮ ਹੈਜ਼ ਬੀਨ ਕਮਿਟਡ ਬਾय them ਬਾय ਲੇਡੀ ਨੋਨ ਐਜ਼ ਨੀਲਮ, ਜਿਹੜੀ ਕਿ ਗੁਆਂਢਣ ਸੀ ਇਹਨਾਂ ਦੀ। ਇੱਕ ਰਿਸ਼ਤਾ ਜਿਹੜਾ ਹੈਗਾ ਵੈ ਭੂਆ ਭਤੀਜੀ ਦਾ ਜਿਹੜਾ ਸੁਸਾਇਟੀ ਚੱਲਦਾ ਆਮ ਤੌਰ 'ਤੇ ਉਹਨੂੰ ਤਾਰ-ਤਾਰ ਕਰਤਾ। ਸਾਡੀ ਜਿਹੜੀ ਲੜਾਈ ਹੈਗੀ ਹੈ ਇੱਕ ਰਿਸ਼ਤਿਆਂ ਦੀ ਲੜਾਈ ਵਾਸਤੇ ਹੈਗੀ ਹੈ ਅਤੇ ਨੰਬਰ 2 ਇੱਕ ਇਨਸਾਫ ਦਿਵਾਉਣ ਦੀ ਹੈ ਕਿ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ। ਉਹਦੇ ਪੇਰੈਂਟਸ ਜਿਹੜੇ ਹਰਪ੍ਰੀਤ ਸਿੰਘ ਉਹਦੇ ਹੈਗੇ ਆ, ਫਾਦਰ ਬਿਲਕੁਲ ਟੁੱਟੇ ਹੋਏ ਆ, ਮਦਰ ਟੁੱਟੇ ਹੋਏ ਆ, ਦਾਦਾ ਸ਼ਮਿੰਦਰ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਅਗਰ ਹਾਲਾਤ ਦੇਖੋ ਤਾਂ ਵਿਚਾਰੇ ਐਵੇਂ ਜੇ ਜ਼ਿੰਦਾ ਲਾਸ਼ਾਂ ਨੇ, ਇੱਦਾਂ ਨੇ। ਇੱਕ ਜ਼ਮੀਰ ਦੀ ਆਵਾਜ਼ ਸੀਗੀ। ਫਿਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਡਿਊਟੀ ਲਗਾਈ ਸੀਗੀ। ਉਸ ਤੋਂ ਬਾਅਦ ਮੈਨੂੰ ਕਾਲ ਕਰਕੇ ਸਾਨੂੰ ਦੱਸਿਆ ਕਿ ਭਾਈ ਤੁਸੀਂ ਇਹ ਕੇਸ ਲੜ ਰਹੇ ਹੋ, ਬੜਾ ਅੱਛੀ ਗੱਲ ਹੈ, ਔਰ ਫ੍ਰੀ ਲੜ ਰਹੇ ਹੋ, ਬੜੀ ਅੱਛੀ ਗੱਲ ਹੈ। ਫਿਰ ਡਾਕਟਰ ਦਲਜੀਤ ਸਿੰਘ ਚੀਮਾ ਆਏ ਸੀਗੇ ਜਿਹੜੇ ਘਰੇ ਹੋ ਗਏ ਹੈ, ਅਤੇ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਲੜਨਾ ਹੈਗਾ ਕੇਸ। ਇੱਕ ਹਿਊਮੈਨੀਟੇਰੀਅਨ ਗਰਾਊਂਡਸ ਜਿਹੜੀਆਂ ਹੈਗੀਆਂ ਨੇ ਅਗਰ ਦੇਖਿਆ ਜਾਵੇ ਤਾਂ ਸਾਰੇ ਹਿੰਦੁਸਤਾਨ ਦੇ ਨਾਗਰਿਕਾਂ ਦੀ ਇੱਕ ਡਿਊਟੀ ਬਣਦੀ ਹੈਗੀ ਹੈ ਬੱਚੇ ਦੇ ਪ੍ਰਤੀ ਇੱਕ ਬਾਰਬੇਰਿਕ ਜਿਹੜਾ ਇਨਸੀਡੈਂਟ ਹੋਇਆ ਕਿ ਉਹਦੇ ਵਿੱਚ ਤਾਂ ਕਿ ਫਰਦਰ ਇਹ ਨਾ ਹੋ ਸਕਣ। ਲੇਕਿਨ ਅਗਰ ਤੁਸੀਂ ਦੇਖੋ ਸਿਮਿਲਰ ਇਨਸੀਡੈਂਟ ਇੱਕ ਦਿੱਲੀ 'ਚ ਹੋ ਗਿਆ 5.5 ਸਾਲ ਦੇ ਬੱਚੇ ਦਾ, ਔਰ ਸਿਮਿਲਰ ਨੇਚਰ ਦਾ ਇਨਸੀਡੈਂਟ ਇੱਕ ਹੁਣ ਇੰਗਲੈਂਡ 'ਚ ਹੋਇਆ ਹੈਗਾ ਜਿਹੜਾ ਕੱਲ੍ਹ ਰਿਪੋਰਟ ਹੋਇਆ।
ਇਹ ਸਿਸਟਮ ਹੈਗਾ, ਅਗਰ ਅਸੀਂ ਕੋਈ ਨਹੀਂ ਲੜਾਈ ਲੜਾਂਗੇ, ਕੋਈ ਲਾਇਰ ਸਾਹਮਣੇ ਨਹੀਂ ਆਊਗਾ, ਇੱਕ ਪ੍ਰੋਸੀਕਿਊਸ਼ਨ ਨੂੰ ਹੈਲਪ ਨਹੀਂ ਕਰੂਗਾ, ਪ੍ਰੋਸੀਕਿਊਸ਼ਨ ਨੂੰ ਅਸਿਸਟ ਨਹੀਂ ਕਰੂਗਾ, ਫੈਮਿਲੀ ਨੂੰ ਅਸਿਸਟ ਨਹੀਂ ਕਰੂਗਾ, ਤਾਂ ਲੋਕੀ ਜਿਹੜੀ ਹੁੰਦੀ ਹੈ ਕਾਨੂੰਨੀ ਲੜਾਈ ਉਹ ਤੋਂ ਹਾਰ ਜਾਂਦੇ ਆ, ਡਰ ਜਾਂਦੇ ਆ ਕਿ ਬਹੁਤ ਲੰਬੀ ਚੱਲਦੀ ਹੈ। ਇਸ ਕਰਕੇ ਮੇਰੇ ਮਨ ਨੇ ਔਰ ਮੇਰੇ ਪਰਿਵਾਰ ਨੇ ਮੈਨੂੰ ਕਿਹਾ ਕਿ ਤੁਸੀਂ ਲੜਾਈ ਲੜਨੀ ਹੈ, ਅਤੇ ਅਸੀਂ ਫਿਰ ਸਾਰਿਆਂ ਨਾਲ ਮਿਲ ਕੇ ਇੱਕ ਡਿਸੀਜ਼ਨ ਲਿਆ ਕਿ ਅਸੀਂ ਇਹਨਾਂ ਨੂੰ ਇੱਕ ਐਜ਼ ਅ ਫ੍ਰੀ ਲੜਾਈ ਲੜਾਂਗੇ, ਜਿਸ 'ਚ ਕਿ ਅਸੀਂ ਵੀ ਆਰ ਨਾਟ ਚਾਰਜਿੰਗ ਐਨੀਥਿੰਗ। ਅਸੀਂ ਰਾਦਰ ਪੈਸੇ ਵੀ ਆਪਣੇ ਪੱਲਿਓਂ ਲਾਵਾਂਗੇ, ਕੋਈ ਐਪਲੀਕੇਸ਼ਨਸ ਹੁੰਦੀ ਹੈ, ਟਿਕਟਸ ਲਗਾਉਣੀਆਂ ਹੁੰਦੀਆਂ, ਟਾਈਪਿੰਗ ਦਾ ਹੁੰਦਾ, ਸਾਰਾ ਕੁਝ ਜੋ ਵੀ ਹੋਇਆ ਵਿਲ ਸਪੈਂਡ ਇਟ ਫਰੋਮ ਆਵਰ ਪੋਕਟ। ਤੇ ਸਰ ਹੁਣ ਜਿਹੜੀ ਉਹ ਨੀਲਮ ਹੈ, ਉਸ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਉਸਨੇ ਚੀਜ਼ ਕਬੂਲ ਕਰ ਲਈ ਹੈ, ਤੇ ਹੁਣ ਉਸ ਦੇ ਅਗੇਂਸਟ ਕਾਰਵਾਈ ਕਿੱਦਾਂ ਦੀ ਚੱਲ ਰਹੀ ਹੈ? ਦੇਖੋ, ਜੇ ਕੋਈ ਸਾਡੇ ਦਫਾ 27 ਹੁੰਦੀ ਹੈ ਐਵੀਡੈਂਸ ਐਕਟ, ਜਿਹਦੇ ਵਿੱਚ ਕਿ ਕੋਈ ਕਬੂਲ ਕਰ ਲੈਂਦਾ ਪੁਲਿਸ ਕੋਲ, ਉਹ ਜਦ ਤਾਈਂ ਕੋਰਟ 'ਚ ਅਸੀਂ ਪ੍ਰੂਵ ਨਹੀਂ ਕਰਦੇ ਤਦ ਤਾਈਂ ਉਹ ਚੀਜ਼ ਜਿਹੜੀ ਹੈਗੀ ਉਹਨੂੰ ਕਬੂਲ ਨਹੀਂ ਮੰਨਿਆ ਜਾਂਦਾ। ਉਹਦੇ ਇਕੱਲੇ ਕਬੂਲਣ ਨਾਲ ਕੋਈ ਸਿੱਧੀ ਸਜ਼ਾ ਨਹੀਂ ਹੁੰਦੀ ਹੈਗੀ। ਇੱਕ ਸਾਡਾ ਜੁਡੀਸ਼ੀਅਲ ਸਿਸਟਮ ਹੈਗਾ, ਸਾਡਾ ਟਰਾਇਲ ਚੱਲਦਾ ਹੈਗਾ ਜੁਡੀਸ਼ੀਅਲ, ਸਾਡੇ CRPC ਹੈਗੀ ਹੈ, ਇੱਕ ਪ੍ਰੋਸੀਜਰ ਲੇ ਡਾਊਨ ਹੈ। ਉਹ ਪ੍ਰੋਸੀਜਰ ਦੇ ਥੱਲੇ ਜਿਹੜਾ ਟਰਾਇਲ ਚੱਲੂਗਾ, ਜਿਹੜੀ ਪੁਲਿਸ ਹੈਗੀ ਉਹਨੇ ਐਵੀਡੈਂਸ ਗੈਦਰ ਕਰਨੀ ਹੈਗੀ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਆਈ ਫਿਟਨੈਸ ਤੋਂ ਇਲਾਵਾ ਟੈਕਨੀਕਲ ਜਿਹੜੀ ਹੈਗੀ ਹੈ ਐਵੀਡੈਂਸ ਦੀ ਵੀ ਲੋੜ ਪੈਂਦੀ ਹੈਗੀ ਹੈ, ਔਰ ਕਿਉਂਕਿ ਉਹਦੀ ਜਿਹੜੀ ਟਾਵਰ ਲੋਕੇਸ਼ਨਸ ਹੈਗੀਆਂ ਨੇ ਉਹ ਵੀ ਸਾਰੀਆਂ ਪ੍ਰੂਵ ਕਰਨੀਆਂ ਪੈਣੀਆਂ ਸਾਨੂੰ ਕੋਰਟ ਦੇ ਵਿੱਚ। ਜਿਹੜਾ ਉੱਥੋਂ ਦਾ ਵਾਚਮੈਨ ਹੈਗਾ, ਕਿਉਂਕਿ ਮੈਨੂੰ ਪਤਾ ਲੱਗਿਆ ਉਹਦੇ 164 ਦੇ ਬਿਆਨ ਕਰਾਇਆ, ਉਹ ਜੁਡੀਸ਼ੀਅਲ ਆਫਿਸਰਸ ਕੋਲ ਆ ਕੇ ਆਪਣੇ ਬਿਆਨ ਦੇ ਗਏ ਕਿ ਉਹਨੇ ਦੇਖਿਆ ਹੈਗਾ। ਸਾਡੇ ਲਾਸਟ ਸੀਨ ਥਿਊਰੀ ਵੀ ਹੈਗੀ ਹੈ, ਤੇ ਇਹਦੇ 'ਚ ਬਹੁਤ ਕੁਛ ਹੈਗਾ। ਇੱਕ ਚੇਨ ਲਿੰਕ ਸਾਨੂੰ ਕੰਪਲੀਟ ਕਰਕੇ ਜੱਜ ਸਾਹਿਬ ਨੂੰ ਦਿਖਾਉਣਾ ਪੈਣਾ ਹੈ, ਸਾਡੇ ਜੁਡੀਸ਼ਰੀ ਦੇਣਾ ਪੈਣਾ ਹੈ, ਔਰ ਉਹ ਚੇਨ ਲਿੰਕ ਕੰਪਲੀਟ ਹੁੰਦੇ ਉਸ ਤੋਂ ਬਾਅਦ ਹੀ ਉਹਦੀ ਸਜ਼ਾ ਜਿਹੜੀ ਬਣੂਗੀ। ਸਰ, ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ, ਤੇ ਤੁਹਾਡੇ ਅਕੋਰਡਿੰਗ ਕੀ ਸਜ਼ਾ ਹੋਣੀ ਚਾਹੀਦੀ ਹੈ? ਦੇਖੋ, ਫਾਂਸੀ ਸਜ਼ਾ ਤਾਂ ਬਹੁਤ ਛੋਟੀ ਗੱਲ ਹੈਗੀ ਹੈ। ਐਗਜ਼ੈਂਪਲਰੀ ਜਿਹੜੀ ਪਨਿਸ਼ਮੈਂਟ ਹੈਗੀ, ਅਸੀਂ ਰਿਕੁਐਸਟ ਕਰਾਂਗੇ, ਅਸੀਂ ਪ੍ਰੋਸੀਕਿਊਸ਼ਨ ਦੇ ਨਾਲ ਅਸਿਸਟ ਕਰਾਂਗੇ ਪ੍ਰੋਸੀਕਿਊਸ਼ਨ ਨੂੰ, ਕਿਉਂਕਿ ਪੁਲਿਸ ਦਾ ਕੰਮ ਹੈ ਹਾਲੇ ਐਵੀਡੈਂਸ ਇਕੱਠੀ ਕਰਕੇ ਕੋਰਟ 'ਚ ਲੈ ਕੇ ਆਉਣਾ। ਸਾਡਾ ਕੰਮ ਸਟਾਰਟ ਹੋਣਾ ਮੈਂ ਜਦੋਂ ਕੋਰਟ ਦੇ ਵਿੱਚ ਉਹਦੀ ਪੇਸ਼ੀ ਹੋਣੀ ਹੈ, ਗਵਾਹੀਆਂ ਸਟਾਰਟ ਹੋਣੀਆਂ ਨੇ, ਚਾਰਜ ਲੱਗਣੇ ਹੈਗੇ ਆ, ਅਸੀਂ ਉਸ ਪ੍ਰੋਸੀਜਰ 'ਚ ਆਵਾਂਗੇ। ਹਾਲੇ ਤੱਕ ਲੈਟ ਦਾ ਪੁਲਿਸ ਡੂ ਦੇਅਰ ਵਰਕ। ਜਦੋਂ ਕੋਈ ਐਵੀਡੈਂਸ ਕਲੈਕਟ ਹੋਊਗੀ, ਉਹਨੂੰ ਐਵੀਡੈਂਸ ਅਸੀਂ ਕੋਰਟ ਦੇ ਕੋਲ ਪੇਸ਼ ਕਰਾਂਗੇ, ਪੇਸ਼ ਕਰਕੇ ਉਹਦੀ ਜਿਹੜੀ ਰਿਕਾਰਡ ਹੋਊਗੀ ਗਵਾਹੀ, ਫਿਰ ਸਾਰਾ ਕੁਝ ਪ੍ਰੋਸੀਜਰ ਕੋਰਟ ਕੋਲ ਹੈਗਾ ਵਾ। ਲੇਕਿਨ ਵਿਲ ਡੈਫੀਨੇਟਲੀ ਆਸਕ ਫॉर ਐਗਜ਼ੈਂਪਲਰੀ, ਕਿਉਂਕਿ ਪਨਿਸ਼ਮੈਂਟ ਇਨ ਦਿਸ ਕੇਸ ਅਮਰੀਕਾ ਵਿੱਚ ਚਲੇ ਜਾਓ, ਕੈਨੇਡਾ ਚਲੇ ਜਾਓ, ਕਿਸੇ ਵੀ ਸਟੇਟ ਚਲੇ ਜਾਓ, ਕੰਟਰੀ ਚਲੇ ਜਾਓ, ਉੱਥੇ ਸਜ਼ਾ 500 ਸਾਲ ਦੀ ਹੁੰਦੀ, 600 ਸਾਲ ਦੀ ਹੁੰਦੀ ਹੈ। ਸਾਡੇ ਪਹਿਲੇ ਪ੍ਰੋਸੀਜਰ ਇਹ ਨਹੀਂ ਸੀਗਾ, ਸਾਡੇ ਲਾਈਫ ਇੰਪ੍ਰਿਜ਼ਨਮੈਂਟ ਹੁੰਦੀ ਸੀਗੀ, ਤਾਂ ਉਹ 14 ਈਅਰਸ ਤੋਂ ਬਾਅਦ ਬੰਦਾ ਆ ਜਾਂਦਾ ਸੀਗਾ। ਲੇਕਿਨ ਹੁਣ ਸਾਡੇ ਲੇਟਲੀ ਸੁਪਰੀਮ ਕੋਰਟ ਨੇ ਹੋਲਡ ਕਰਤਾ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਲਾਈਫ ਇੰਪ੍ਰਿਜ਼ਨਮੈਂਟ, ਥਰੂ ਆਊਟ ਉਹਨੇ ਜੇਲ੍ਹ 'ਚ ਰਹਿਣਾ। ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਇਟ ਰੇਅਰੈਸਟ ਆਫ ਦਾ ਰੇਅਰ ਕੇਸ ਹੈ, ਜਿੱਥੇ ਇੱਕ ਰਿਲੇਸ਼ਨ ਹੀ ਨਹੀਂ, ਇੱਕ ਬੱਚੇ ਨੂੰ ਬੜਾ ਗਲਤ ਮਤਲਬ ਬਰੂਟਲ ਤਰੀਕੇ ਨਾਲ ਉਹਨੂੰ ਮਰਡਰ ਕੀਤਾ ਗਿਆ। ਉਹਦੇ ਮੂੰਹ 'ਚ ਰੇਤਾ, ਉਹਦੇ ਲੰਗਸ ਵਿੱਚ ਰੇਤਾ, ਨੱਕ ਵਿੱਚ ਰੇਤਾ, ਜਿਹੜਾ ਕਿ ਉੱਥੇ ਬੰਦਾ ਸੋਚ ਸਕਦਾ ਕਿ ਕਿੰਨਾ ਕੁ ਬੰਦਾ ਬੱਚਾ ਤੜਫਿਆ ਹੋਊਗਾ। ਤਾਂ ਵਿਲ ਆਸਕ ਫॉर ਦ ਐਗਜ਼ੈਂਪਲਰੀ ਜਿਹੜੀ ਹੈਗੀ ਹੈ ਪਨਿਸ਼ਮੈਂਟ ਐਂਡ ਦੈਟ ਟੂ ਅ ਡੈਥ ਪੈਨਲਟੀ ਰੈਦਰ ਇਨ ਦਿਸ ਕੇਸ। ਤੇ ਸਰ, ਇਸ ਦਾ ਰੀਜ਼ਨ ਕੀ ਪਤਾ ਲੱਗ ਰਿਹਾ ਸਾਨੂੰ ਕਿ ਮਤਲਬ ਰੀਜ਼ਨ ਐਗਜ਼ੈਕਟਲੀ ਹੈ ਕਿ ਇਸ ਦਾ? ਉਹ ਤਾਂ ਕਹਿੰਦੀ ਹੈ ਕਿ ਕੋਈ ਲਾਈਕ ਇੱਦਾਂ ਮੈਨੂੰ ਟੋਕਾ ਟਾਕੀ ਕਰ ਦਿੰਦੇ ਸੀ ਜਾਂ ਮੈਨੀਪੂਲੇਟ ਕਰ ਦਿੰਦੇ ਸੀ ਜਾਂ ਇੱਦਾਂ ਤੰਗ ਕਰਦੇ ਸੀ, ਇਸ ਕਰਕੇ ਉਸਨੇ ਉਸ ਬੱਚੀ ਨਾਲ ਇੱਦਾਂ ਕੀਤਾ, ਪਰ ਐਗਜ਼ੈਕਟ ਰੀਜ਼ਨ ਵੀ ਇਹੀ ਹੈ? ਦੇਖੋ, ਰੀਜ਼ਨ ਤਾਂ ਹੁਣ ਪੁਲਿਸ ਨੇ ਵੈਰੀਫਾਈ ਕਰਨਾ ਹੈਗਾ। ਉਹਨਾਂ ਦੀ ਜਿਹੜੀ ਜੋ ਐਵੀਡੈਂਸ ਕਲੈਕਟ ਹੋਊਗੀ ਉਹਦੇ ਕਹਿਣ ਨਾਲ ਤਾਂ ਹਲੇ ਕੋਈ ਗੱਲ ਨਹੀਂ ਬਣਦੀ ਹੈਗੀ। ਟੋਕਾ ਟਾਕੀ ਕਰਨ ਦੇ ਉੱਤੇ ਕਿਸੇ ਬੱਚੇ ਨੂੰ ਮਾਰਿਆ ਨਹੀਂ ਜਾਂਦਾ, ਮਰਡਰ ਨਹੀਂ ਕੀਤਾ ਜਾਂਦਾ ਹੈਗਾ। ਕੋਈ ਇੰਨੀ ਸਵੇਰ ਚੀਜ਼ ਨਹੀਂ ਹੁੰਦੀ ਬੱਚੇ ਨੂੰ ਚਪੇੜ ਮਾਰ ਦਿਓ, ਫਾਦਰ ਨਾਲ ਲੜ ਪਓ, ਮਦਰ ਨਾਲ ਲੜ ਪਓ, ਇਹ ਚੀਜ਼ਾਂ ਤਾਂ ਕਾਮਨ ਚੀਜ਼ਾਂ ਨੇ ਸੁਸਾਇਟੀ ਦੇ ਵਿੱਚ। ਲੇਕਿਨ ਬੱਚੇ ਨੂੰ ਮਾਰਨਾ ਇੱਕ ਬਹੁਤ ਐਕਸਟ੍ਰੀਮ ਜਿਹੜੇ ਹੈਗੇ ਸਟੈਪ ਹੈਗਾ। ਉਹ ਸਟੈਪ ਕਿਉਂ ਹੈਗਾ, ਉਹਦੇ 'ਚ ਲਓ, ਲੈਟ ਅਸ ਸੀ ਵਾਟ ਹੈਪਨਸ, ਲੈਟ ਦਾ ਜਿਹੜੀ ਪੁਲਿਸ ਹੈਗੀ ਗੈਦਰ ਐਵੀਡੈਂਸ ਇਨ ਦਿਸ ਰਿਗਾਰਡ, ਦੈਨ ਓਨਲੀ ਆਈ ਵਿਲ ਕਮੈਂਟ ਔਨ ਦਿਸ ਥਿੰਗ। ਤੇ ਸਰ, ਪੁਲਿਸ ਹੁਣ ਆਪਣਾ ਕੰਮ ਕਰ ਰਹੀ ਹੈ, ਕਿੰਨੀ ਹੀ ਮਤਲਬ ਤੇਜ਼ੀ ਨਾਲ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ, ਕੜੀ ਤੋਂ ਕੜੀ ਸਾਰੀ ਮਿਲ ਰਹੀ ਹੈ ਉਹਨਾਂ ਨੂੰ? ਦੇਖੋ, ਕਿਉਂਕਿ ਪੁਲਿਸ ਰਿਮਾਂਡ ਦੇ ਵਿੱਚ ਸੈਕਿੰਡ ਟਾਈਮ 3 ਦਿਨ ਦਾ ਰਿਮਾਂਡ ਪਹਿਲੇ ਹੋਇਆ ਸੀਗਾ, ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਹੋਇਆ 16 ਤੱਕ, ਅਤੇ ਪ੍ਰੋਸੀਕਿਊਟਰ ਪੁਲਿਸ ਹੈਗੀ ਉਦੋਂ ਕੋਰਟ ਦੱਸ ਰਹੀ ਸੀਗੀ ਕਿ ਵੀ ਆਰ ਗੈਟਿੰਗ ਐਂਪਲ ਆਫ ਐਵੀਡੈਂਸ। ਕਹਿੰਦੇ ਅਸੀਂ ਰਿਕਾਰਡ ਕਰ ਰਹੇ ਹਾਂ ਐਵੀਡੈਂਸ, ਜਿਹੜੇ ਆਈ ਵਿਟਨੈਸਿਸ ਹੈਗੇ ਆ ਉਹ ਦੇਖ ਰਹੇ ਹਾਂ। ਦੈਨ ਜਿਹੜੀ ਟੈਕਨੀਕਲ ਐਵੀਡੈਂਸ ਹੈਗੀ ਹੈ ਮੋਬਾਈਲ ਫੋਨਸ ਦੀ, ਕਿਉਂਕਿ ਉਹਦੇ ਮਦਰ ਨੇ ਕਾਲ ਕੀਤੀ, CCTV ਕੈਮਰਾ ਰਿਕਾਰਡਿੰਗਸ ਹੈਗੀਆਂ ਨੇ। ਦੈਨ ਸੁਸਾਇਟੀ ਦੇ ਵਿੱਚੋਂ ਵੀ ਕੁਝ ਬੰਦੇ ਸਾਹਮਣੇ ਆ ਰਹੇ ਹੈਗੇ ਜੋ ਪਤਾ ਲੱਗਿਆ ਹੈਗਾ, ਇਹਨਾਂ ਨੂੰ ਐਗਜ਼ੈਕਟਲੀ ਕਿੰਨਾ ਕੁ ਟਰੂ ਹੈਗਾ, ਬਟ ਮੈਨੂੰ ਪਰਸਨਲ ਲੈਵਲ 'ਤੇ ਜੋ ਨੌਲੇਜ ਆਈ ਹੈਗੀ ਹੈ ਕਿ ਕੁਝ ਸੁਸਾਇਟੀ ਦੇ ਵਿੱਚੋਂ ਵੀ ਲੋਕੀ ਐਵੀਡੈਂਸ ਦੇਣ ਨੂੰ ਤਿਆਰ ਹੋਏ ਆ, ਜਿਨ੍ਹਾਂ ਨੇ ਇੱਕ ਬਾਰਬੈਰਿਕ ਇੰਸੀਡੈਂਟ ਜਿਹੜੀ ਹੈਗੀ ਹੈ ਇਹਨੂੰ ਹੁੰਦਿਆਂ ਦੇਖਿਆ ਹੈਗਾ, ਜਾਂ ਇਹਨੂੰ ਲਾਈਕ ਜੋ ਵੀ ਹੈਗਾ ਵਾ ਤਿਆਰੀ ਕਰਦੇ ਦੇਖਿਆ ਹੈਗਾ ਵਾ। ਲੈਟਸ ਸੀ, ਬਾਕੀ ਦਾ ਪੁਲਿਸ ਵਿਲ ਟੈਲ।
ਤੇ ਸਰ ਇਹ ਵੀ ਕਿਹਾ ਜਾ ਰਿਹਾ ਕਿ ਇਸ ਵਿੱਚ ਕੱਲੀ ਨੀਲਮ ਦਾ ਹੱਥ ਨਹੀਂ ਹੈਗਾ, ਇਸ ਵਿੱਚ ਕੋਈ ਗਰੋਹ ਵੀ ਸ਼ਾਮਿਲ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਕੱਲੀ ਨੀਲਮ ਦਾ ਹੱਥ ਹੈ ਜਾਂ ਕੋਈ ਹੋਰ ਵੀ ਸ਼ਾਮਿਲ ਹੈ? ਇਹ ਚੀਜ਼ਾਂ ਸਾਰੀਆਂ ਇਨਵੈਸਟੀਗੇਸ਼ਨ ਦੀ ਗੱਲ ਹੈ, ਸੋ ਆਈ ਕੈਨੋਟ ਕਮੈਂਟ ਅਪਨ ਦਿਸ ਥਿੰਗ, ਕਿਉਂਕਿ ਅੱਜ ਮੈਂ ਕੋਈ ਚੀਜ਼ ਕਮੈਂਟ ਕਰੂੰਗਾ ਤਾਂ ਇਟ ਵਿਲ ਹੈਂਪਰ ਦੀ ਪੁਲਿਸ ਇਨਵੈਸਟੀਗੇਸ਼ਨ। ਆ ਸੈਕਿੰਡ ਥਿਊਰੀ ਅਗਰ ਮੈਂ ਦੇਣਾ ਹੈਗਾ, ਇਟ ਵਿਲ ਹੈਂਪਰ ਦੀ ਪੁਲਿਸ ਇਨਵੈਸਟੀਗੇਸ਼ਨ। ਸੋ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ, ਦੇਖੋ ਵੀ ਹੈਵ ਫੇਥ ਇਨ ਦ ਆਈਓ, ਵੀ ਹੈਵ ਫੇਥ ਇਨ ਮਿਸਟਰ ਰਾਜਨ ਸ਼ਰਮਾ ਜਿਹੜੇ ਕਿ ACP ਹੈਗੇ ਆ, ਐਂਡ ਨਾਓ ਅੰਡਰ ਦੀ ਏਬਲ ਗਾਈਡੈਂਸ ਆਫ ਜਿਹੜੇ ਜੁਆਇੰਟ CP ਹੈਗੇ ਮਿਸਟਰ ਰਵਚਰਨ ਸਿੰਘ ਬਰਾੜ ਐਂਡ CP ਮਿਸਟਰ ਗੁਰਪ੍ਰੀਤ ਭੁੱਲਰ ਜਿਹੜੇ ਹੈਗੇ ਆ, ਦੇ ਆਰ ਲੁਕਿੰਗ ਆਫਟਰ ਮੋਨੀਟਰਿੰਗ ਦੀ ਕੇਸ ਡਾਇਰੈਕਟਲੀ। ਇਹਨਾਂ ਅਗਰ ਅੱਛੀ ਤਰ੍ਹਾਂ ਸੀਨੀਅਰ ਆਫਿਸਰ ਜਿਹੜੇ ਮੋਨੀਟਰ ਕਰਦੇ ਹੋਣ ਤਾਂ, ਬਿਕੋਜ਼ ਆਈ ਹੈਵ ਬੀਨ ਡੀਲਿੰਗ ਵਿਦ, ਆਈ ਹੈਵ ਡੈਲਟ ਵਿਦ ਮਿਸਟਰ ਰਵਚਰਨ ਬਰਾੜ ਅਰਲੀਅਰ ਵੈਨ ਆਈ ਵਾਜ਼ ਐਡੀਸ਼ਨਲ AG, ਤੋਂ ਵੀ ਹੈਡ ਅ ਸਿਟ, ਅਸੀਂ ਇੱਕ ਸਿਟ ਫਾਰਮ ਕਰਾਈ ਸੀਗੀ ਜਿਹਦੇ ਵਿੱਚ ਇੱਕ ਥਾਣੇਦਾਰ ਨੇ ਕੁਝ ਬੰਦਿਆਂ ਨਾਲ ਸਰਪੰਚ ਨੇ ਰਲ ਕੇ 2 ਮੁੰਡਿਆਂ ਨੂੰ ਮਾਰਤਾ ਸੀਗਾ, ਐਂਡ ਮਿਸਟਰ ਰਵਚਰਨ ਬਰਾੜ ਵਾਜ਼ the only one who was heading the sit, ਜਿਨ੍ਹਾਂ ਨੇ ਕਿ ਉਹ SHO ਨੂੰ ਵੀ ਗਿਲਟੀ ਹੋਲਡ ਕੀਤਾ ਸੀਗਾ ਔਰ ਉਹਦਾ ਵੀ ਚਲਾਨ ਪੇਸ਼ ਕੀਤਾ ਔਰ ਐਵੀਡੈਂਸ ਚੱਲ ਰਹੀ ਹੈਗੀ ਹੈ। ਸੋ ਆਈ ਨੋ ਹਿਜ਼ ਦਾ ਵੇ ਆਫ ਇਨਵੈਸਟੀਗੇਸ਼ਨ, ਹੀ ਇਜ਼ ਅ ਵੈਰੀ ਸਮਾਰਟ ਮੈਨ, ਐਂਡ ਉਹਨਾਂ ਦੇ ਥੱਲੇ ਜਿਹੜਾ ਹੈਗੀ ਹੈ ਇਨਵੈਸਟੀਗੇਟਿੰਗ ਆਫਿਸਰ ਵੀ ਰਹੇ ਨੇ, ਉਹਨਾਂ ਥੱਲੇ ਇਨਵੈਸਟੀਗੇਸ਼ਨ ਟੀਮ ਇੰਨੀ ਅੱਛੀ ਬਣੀ ਹੋਈ ਹੈ, ਐਂਡ ਵੀ ਆਲ ਹੈਵ ਫੁੱਲ ਫੇਥ। ਤੇ ਸਰ ਕਿੰਨੀ ਜਲਦੀ ਉਸ ਬੱਚੀ ਨੂੰ ਇਨਸਾਫ ਮਿਲ ਸਕਦਾ ਹੈ? ਦੇਖੋ ਡਿਪੈਂਡ ਕਰਦਾ ਹੈਗਾ ਕਿ ਚਲਾਨ ਪੇਸ਼ ਹੁੰਦਾ ਹੈ, ਚਲਾਨ ਪੇਸ਼ ਹੋਣ ਤੋਂ ਬਾਅਦ ਵਿਲ ਟਰਾਈ ਕਿ ਐਟ ਦਾ ਅਰਲੀਐਸਟ ਇਹਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਅਸੀਂ ਰਿਕੁਐਸਟ ਕਰਾਂਗੇ ਜੱਜ ਸਾਹਿਬ ਨੂੰ ਲਿਆ ਜਾਵੇ, ਔਰ ਫਾਸਟ ਟਰੈਕ ਕੋਰਟ 'ਚ ਆ ਜਾਂਦਾ ਤੇ ਵਾਟ ਆਈ ਵਿਲ ਟਰਾਈ ਵਿਦ ਦੀ ਪ੍ਰੋਸੀਕਿਊਸ਼ਨ, ਜਿਹੜਾ ਇਹ ਸਾਡੇ ਸਰਕਾਰੀ ਵਕੀਲ ਹੋਣਗੇ ਉਹਨਾਂ ਦੀ ਮਦਦ ਦੇ ਨਾਲ, ਕਿ 2 ਕੁ ਮਹੀਨੇ ਦੇ ਵਿੱਚ ਇਹ ਟਰਾਇਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗੇ, 2-2.5 ਮਹੀਨੇ ਦੇ ਵਿੱਚ, ਤਾਂ ਕਿ ਇਹਨੂੰ ਐਟ ਦਾ ਅਰਲੀਐਸਟ ਖ਼ਤਮ ਕਰਕੇ ਅਸੀਂ ਜੋ ਵੀ ਸਜ਼ਾ ਹੈਗੀ ਹੈ ਜੋ ਜੱਜ ਸਾਹਿਬ ਅਪਰੋਪਰੀਏਟ ਸਮਝਣਗੇ, ਬਾਕੀ ਅਸੀਂ ਤਾਂ ਡੈਥ ਪੈਨਲਟੀ ਮੰਗਾਂਗੇ। ਪਰ ਸਰ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਕੋਰਟ ਜਿਹੜੀ ਫਾਂਸੀ ਸਜ਼ਾ ਨਹੀਂ ਦੇ ਰਹੀ, ਤੇ ਇਸ ਬਾਰੇ ਫਿਰ ਉਸ ਨੂੰ ਕਿਹੋ ਜਿਹੀ ਸਜ਼ਾ ਮਿਲੇਗੀ? ਤੁਸੀਂ ਤਾਂ ਰੀਸੈਂਟਲੀ 2 ਕੇਸਿਸ ਦੇਖੇ ਹੋਣਾ ਜਿੱਥੇ ਫਾਂਸੀ ਸਜ਼ਾ ਹੋਈ ਹੈ। ਲੁਧਿਆਣੇ 'ਚ ਇੱਕ ਫਾਂਸੀ ਸਜ਼ਾ 2 ਸਾਲ ਪਹਿਲੇ ਹੋਈ ਸੀਗੀ। ਇਟਸ ਨਾਟ ਦੈਟ ਕਿ, ਬਟ ਰੇਅਰੈਸਟ ਕੇਸ ਚਾਹੀਦੀ ਹੈ ਫਾਂਸੀ ਸਜ਼ਾ, ਐਂਡ ਅਕੋਰਡਿੰਗ ਟੂ ਮੀ ਅਗਰ ਮੈਂ ਦੇਖਾਂ ਤਾਂ ਇੱਕ, ਕਿਉਂਕਿ ਇਹਦੇ ਵਿੱਚ ਨਾਟ ਓਨਲੀ ਕ੍ਰਿਮੀਨਲ ਐਕਟ ਹੈਗਾ, ਸੋਸ਼ਲ ਐਕਟ ਹੈਗਾ ਵਾ, ਇੱਕ ਸੁਸਾਇਟੀ ਦੇ ਵਿੱਚ ਬਹੁਤ ਗੰਦਾ ਮੈਸੇਜ ਗਿਆ ਹੋਇਆ ਵਾ ਕਿ ਅਗਰ ਭੂਆ ਭਤੀਜੀ ਨਾਲ ਇਹ ਕਰ ਸਕਦੀ ਹੈ ਤਾਂ ਅੱਗੇ ਸੁਸਾਇਟੀ ਦੇ ਵਿੱਚ ਜਿਹੜਾ ਸਾਡਾ ਸੋਸ਼ਲ ਸਟਰਕਚਰ ਉਹ ਖਤਮ ਹੋ ਜਾਊਗਾ। ਤੇ ਨਾਲ ਹੁਣ ਤਾਂ ਕੋਈ ਆਪਣੇ ਗੁਆਂਢੀਆਂ ਤੇ ਵੀ ਵਿਸ਼ਵਾਸ ਨਹੀਂ ਕਰੇਗਾ, ਗੁਆਂਢੀਆਂ ਦੇ ਕੋਈ ਬੱਚੇ ਤੇ ਕਿਸੇ ਦੇ ਕਰੂਗਾ, ਮੁਹੱਲੇ 'ਚ ਨਹੀਂ ਕਰੂਗਾ, ਕਿਉਂਕਿ ਸਾਡਾ ਵੀ ਲਿਵ ਇਨ ਅ ਸੋਸ਼ਲ ਸੁਸਾਇਟੀ, ਠੀਕ ਹੈ ਨਾ। ਮੈਨ ਇਜ਼ ਨੋਨ ਐਜ਼ ਅ ਸੋਸ਼ਲ ਐਨੀਮਲ, ਸਾਡੇ ਤੋਂ ਜਾਨਵਰ 'ਚ ਫਰਕ ਕੀ ਹੈ, ਅਸੀਂ ਸੋਸ਼ਲ ਹਾਂ, ਜਾਨਵਰ ਸੋਸ਼ਲ ਨਹੀਂ ਹੈਗੇ। ਤੋ ਬੀਇੰਗ ਅ ਸੋਸ਼ਲ ਐਨੀਮਲ, ਅਸੀਂ ਇੱਕ ਰਿਲੇਸ਼ਨ ਜਿਹੜਾ ਹੈਗਾ ਵਾ, ਰਿਸ਼ਤੇਦਾਰੀ ਹੈਗੀ ਹੈ, ਉਹਦੇ 'ਤੇ ਸਾਡਾ ਇੱਕ ਫੇਥ ਹੈ, ਉਹ ਫੇਥ ਖਤਮ ਹੋ ਗਿਆ ਇਸ ਕੇਸ 'ਚ। ਉਹ ਫੇਸ ਕਰ, ਮੈਂ ਦੇਖ ਰਿਹਾ ਸੀ ਕੁਝ ਲੋਕਾਂ ਦੇ ਇੰਟਰਵਿਊਜ਼ ਆ ਰਹੀਆਂ ਸੀਗੀਆਂ ਕਿ ਅਸੀਂ ਆਪਣੇ ਹੁਣ ਬੱਚੇ ਇਕੱਲੇ ਛੱਡ ਕੇ ਨਹੀਂ ਜਾ ਰਹੇ, ਲੇਡੀਜ਼ ਇਕੱਲੀਆਂ ਛੱਡ ਕੇ ਨਹੀਂ ਜਾ ਰਹੀਆਂ। ਆਈ ਰਿਮੈਂਬਰ ਦਾ ਕੇਸ 2 ਇਅਰਸ ਬੈਕ, ਸ਼ਾਇਦ ਤੁਹਾਨੂੰ ਯਾਦ ਹੋਵੇ, ਪੰਜਾਬ ਦਾ ਫਸਟ ਕੇਸ ਹੋਇਆ ਸੀਗਾ ਜਿਹੜਾ ਕਿ ਇਸੇਵਾਲ ਗੈਂਗ ਰੇਪ ਕੇਸ ਹੋਇਆ ਸੀਗਾ, ਇੱਕ ਬੱਚੇ ਨਾਲ ਬਹੁਤ ਬਰੂਟਲੀ ਜਿਹੜਾ ਉਹਨੂੰ ਗੈਂਗ ਰੇਪ ਕੀਤਾ ਗਿਆ ਸੀਗਾ। ਉਹ ਕੇਸ ਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਚੱਕਿਆ, ਐਂਡ ਆਈ ਵਾਜ਼ ਅ ਵਨ ਬੀਇੰਗ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ, ਆਈ ਟੁੱਕ ਅਪ ਦੈਟ ਕੇਸ। FIR ਰਜਿਸਟਰ ਹੋਈ, ਵੀ ਗੋਟ ਦੀ ਰਿਮਾਂਡਸ, ਐਂਡ ਅੱਜ ਉਹ ਟਰਾਇਲ ਦੇ ਉੱਤੇ ਬੈਠਾ ਹੋਇਆ ਵਾ। ਉਹਦੇ ਕੋਈ ਆਰਡਰਸ ਹਾਈ ਕੋਰਟ ਤੋਂ ਆਏ ਹੋਏ ਨੇ ਜਿਹਦੇ ਕਰਕੇ ਕੰਪਲਾਇੰਸ ਦੇ ਵਿੱਚ ਚੱਲ ਰਿਹਾ ਹੈਗਾ ਵਾ, ਅਦਰਵਾਈਜ਼ ਮੈਂ ਉਹਦੀਆਂ ਬੇਲਾਂ ਹਾਈ ਕੋਰਟ ਤੱਕ ਡਿਸਮਿਸ ਕਰਾਈਆਂ ਸੀਗੀਆਂ। ਐਂਡ ਦਿਸ ਇਜ਼ ਦਾ ਰੀਜ਼ਨ ਮੈਂ ਅੱਜ ਤੁਹਾਨੂੰ ਗਰੰਟੀ ਕਰ ਦਿੰਦਾ ਹੈਗਾ ਬੱਚਿਆਂ ਨੂੰ ਇਨਸਾਫ ਜ਼ਰੂਰ ਮਿਲੂਗਾ। ਲੋਕਾਂ ਦਾ ਲਾਅ ਦੇ ਉੱਤੇ ਫਿਰ ਫੇਥ ਆਊਗਾ, ਲਾਅ ਐਂਡ ਆਰਡਰ ਉੱਤੇ ਫੇਥ ਰਹੂਗਾ, ਜੁਡੀਸ਼ਰੀ 'ਤੇ ਫੇਥ ਬਣੂਗਾ, ਲੋਕਾਂ ਦਾ ਪੁਲਿਸਿੰਗ ਦੇ 'ਤੇ ਫੇਥ ਬਣੂਗਾ। ਔਰ ਰੈਸੀਪੋਕੇਟ ਮੈਂ ਕਰਦਾ ਹੈਗਾ ਕਿ ਪੁਲਿਸ ਨੂੰ ਵੀ ਇੱਦਾਂ ਦੇ ਕੰਮ ਕਰਨੇ ਚਾਹੀਦੇ ਹੈ ਤਾਂ ਕਿ ਲਾਅ ਐਂਡ ਆਰਡਰ ਮੇਨਟੇਨ ਹੋਵੇ ਔਰ ਲੋਕਾਂ 'ਚ ਆਪਣਾ ਵਿਸ਼ਵਾਸ ਬਣਾ ਸਕੇ। ਤੇ ਸਰ ਇਹ ਜੀ ਤੁਸੀਂ ਜੋ ਕਰ ਰਹੇ ਹੋ ਹਿਊਮੈਨਿਟੀ ਸੇ ਕੀ ਕਰ ਰਹੇ ਹੋ ਕਿ ਹੁਣ ਲਾਈਕ ਇਲੈਕਸ਼ਨਸ ਆ ਰਹੇ ਹੈ ਜਾਂ ਉਸ ਕਰਕੇ ਵੀ ਕੁਝ ਪਤਾ ਕੀ ਹੈ, ਤੁਹਾਨੂੰ ਮੇਰਾ ਪਾਸਟ ਨਹੀਂ ਪਤਾ ਹੈਗਾ। ਯੂ ਹੈਵ ਆਸਕਡ ਦਿਸ ਕੁਐਸਚਨ ਫॉर द ਰੀਜ਼ਨ ਯੂ ਡੋਂਟ ਨੋ ਅਬਾਊਟ ਮਾਈ ਪਾਸਟ। ਮਾਈ ਫਾਦਰ ਲਾਈਕ ਹੀ ਵਾਜ਼ ਅ ਲਾਇਰ, ਤੋ ਹੀ ਕੰਟੈਸਟਡ ਫ੍ਰੀ ਕੇਸਿਸ ਵਿਚ ਵਾਜ਼ ਐਜ਼ ਪਰ ਦੀ SGPC। ਜਦੋਂ 1100 ਰੁਪਏ ਫੀਸ ਹੁੰਦੀ ਸੀ, 7 ਕਰੋੜ ਦੇ ਕਰੀਬ ਦੇ ਉਦੋਂ ਫ੍ਰੀ ਕੇਸਿਸ ਕੀਤੇ, ਟੋਟਲ ਜਿਹੜਾ SGPC ਨੇ ਬਿੱਲ ਬਣਾ ਕੇ ਦਿੱਤਾ ਸੀਗਾ। Similarly, I have been doing something from 91, the day I joined my practice. And I think I have done more than 1,000 cases free of cost. ਜਿਹੜੇ ਕਿ I am not charging anything, I have not charged anything. It's my sweet will. It's not a political, I am not contesting election, to be very frank. I am not contesting election. It is my will. ਮੇਰੇ ਅੰਦਰ ਜ਼ਮੀਰ ਦੀ ਆਵਾਜ਼ ਹੈ, ਮੇਰੇ ਪਰਿਵਾਰ ਦੀ ਆਵਾਜ਼ ਹੈਗੀ, ਮੇਰੇ ਬੱਚਿਆਂ ਦੀ ਆਵਾਜ਼ ਹੈਗੀ ਹੈ, ਠੀਕ ਹੈ ਨਾ। ਮੇਰੇ ਆਲੇ ਦੁਆਲੇ ਮੇਰੇ ਜਿਹੜਾ ਸੋਸ਼ਲ ਸਰਕਲ ਹੈਗਾ ਉਹਦੀ ਆਵਾਜ਼ ਹੈਗੀ, that I did it. ਪੋਲੀਟੀਕਲ ਪਾਰਟੀਜ਼ ਬਾਅਦ 'ਚ ਆਉਂਦੀ ਹੈਗੀ ਹੈ।
ਪੋਲੀਟੀਕਲ ਪਾਰਟੀ ਨੋ ਡਾਊਟ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਕਹਿ ਦਿੱਤਾ, ਚੀਮਾ ਸਾਹਿਬ ਹੋ ਕੇ ਗਏ। ਹੁਣ ਜਿਵੇਂ ਤੁਸੀਂ ਕਿਹਾ ਉਹ ਮੈਡਮ ਆਏ ਹੈਗੇ ਨੇ ਮਨੀਸ਼ਾ ਗੁਲਾਟੀ ਇੱਥੇ ਹੋ ਗਏ ਨਾਓ, ਜਿਹੜੀਆਂ ਇਹ ਚੀਜ਼ਾਂ ਹੁਣ ਪੋਲੀਟੀਕਲ ਹੋ ਗਈਆਂ। ਮਨੀਸ਼ਾ ਗੁਲਾਟੀ ਦਾ ਇੱਥੇ ਆਉਣਾ ਮੀਨਸ ਕਿ ਨਾਓ ਸ਼ੀ ਦੇ ਆਰ ਪੋਲੀਟੀਸਾਈਜ਼ਿੰਗ ਇਟ ਸ਼ੁਡ ਨਾਟ ਬੀ ਪੋਲੀਟੀਕਲ, ਇਟ ਇਜ਼ ਰਾਦਰ ਪਰਸਨਲ। ਇਹ ਜਿਹੜੀ ਚੀਜ਼ ਹੈਗੀ ਹੈ ਲੋਕਾਂ ਦੇ ਅੱਜ ਕੈਂਡਲ ਲਾਈਟ ਹੋ ਰਹੀ ਹੈ। ਮੈਨੂੰ ਰਾਜਪੁਰੇ ਤੋਂ ਫੋਨ ਆਏ, ਮੈਨੂੰ ਦਿੱਲੀ ਤੋਂ ਫੋਨ ਆਏ ਬੱਚੇ ਵਾਸਤੇ, ਮੈਨੂੰ ਜਲੰਧਰ ਤੋਂ ਫੋਨ ਆਇਆ, ਮੈਨੂੰ ਅੰਮ੍ਰਿਤਸਰ ਤੋਂ ਫੋਨ ਆਇਆ। ਜਿਹੜੀਆਂ ਕੈਂਡਲ ਮਾਰਚਿਸ ਦੇਖੀਆਂ ਹੋਣੀਆਂ ਉਹਨਾਂ ਨੇ ਕੱਢੀਆਂ ਹੈਗੀਆਂ, ਮੈਨੂੰ ਰਾਦਰ ਉਹਨਾਂ ਨੇ ਫੈਕਟਸ ਪੁੱਛੇ। ਬੜਾ ਅੱਛਾ ਲੱਗਿਆ ਕਿ ਸੁਸਾਇਟੀ ਦੇ ਵਿੱਚ ਇੱਕ ਜਾਗਰੂਕਤਾ ਆ ਰਹੀ ਹੈ। ਸੁਸਾਇਟੀ ਜਾਗਰੂਕ ਹੈ, ਸੁਸਾਇਟੀ ਜਾਗਰੂਕ ਹੋ ਕੇ ਆਪਣੇ ਆਲਾ ਦੁਆਲਾ ਨੀਟ ਐਂਡ ਕਲੀਨ ਬਚਾਉਣਾ ਚਾਹੁੰਦੀ ਹੈਗੀ, ਆਪਣੇ ਬੱਚਿਆਂ ਨੂੰ ਲਾਈਫ ਬਚਾਉਣਾ ਚਾਹੁੰਦੀ ਹੈ। ਅਦਰਵਾਈਜ਼ ਪਾਸਟ 3.5 years ਤੁਸੀਂ ਦੇਖ ਲਓ, I think almost lakhs of people have migrated from India to abroad. They don't have faith in the system. ਸਾਡਾ ਇਹ ਕੇਸ ਇੱਕ ਐਗਜ਼ੈਂਪਲਰੀ ਕੇਸ ਹੋਊਗਾ ਜਿਸ 'ਚ ਕਿ ਲੋਕਾਂ ਨੂੰ ਇੱਕ ਸਿਸਟਮ ਦੇ ਉੱਤੇ ਫੇਥ ਆਊਗਾ ਔਰ ਆਉਣਾ ਚਾਹੀਦਾ ਵੀ ਹੈ, ਨਹੀਂ ਤਾਂ ਸਾਡਾ ਸਿਸਟਮ ਕਲੈਪਸ ਹੋ ਜਾਊਗਾ। ਅੱਜ ਲੜਾਈ ਸਾਡੀ ਜਿਹੜੀ ਹੈਗੀ ਹੈ ਪਰਸਨਲ ਲੜਾਈ, ਸਾਡੀ ਇੱਕ ਲੜਾਈ ਸਿਸਟਮ ਵਾਸਤੇ ਹੈ। ਆਈ ਐਮ ਫਾਈਟਿੰਗ ਫॉर ਅ ਸਿਸਟਮ ਕਿ ਪੀਪਲ ਸ਼ੁੱਡ ਹੈਵ ਫੇਥ। ਜਿੱਥੇ ਫ੍ਰੀ ਕੇਸ ਵਾਲੀ ਮੈਂ ਦੁਬਾਰਾ ਗੱਲ ਕਰਦਾ ਹੈਗਾ, ਥਾਊਜ਼ੈਂਡ ਆਫ ਕੇਸਿਸ ਮੈਂ ਆਪਣੇ ਕਰੀਅਰ ਦੇ ਵਿੱਚ 29-30 ਸਾਲ ਦੇ ਕੈਰੀਅਰ ਦੇ ਵਿੱਚ ਫ੍ਰੀ ਕੀਤੇ ਹੈਗੇ ਆ। ਦਿਸ ਇਜ਼ ਨਾਟ ਦਾ ਓਨਲੀ ਕੇਸ, ਬਟ ਇੰਨਾ ਬਰੂਟਲ ਮਰਡਰ ਜਿਹੜਾ ਹੈਗਾ ਇਹਨੇ ਨਾ ਇੱਕ ਜ਼ਮੀਰ ਝੰਜਾੜਤੀ ਸਾਡੀ, ਇਹ ਹਾਲਾਤ ਦੀ ਜ਼ਮੀਰ ਕਿ ਇਹ ਵੀ ਕੇਸ ਹੋ ਸਕਦਾ ਔਰ ਐਡੇ ਛੋਟੇ ਬੱਚੇ ਨਾਲ ਹੋ ਸਕਦਾ। ਇਨੋਸੈਂਟ ਬੱਚੇ ਦੀ ਫੋਟੋਗ੍ਰਾਫ ਮੈਂ ਦੇਖੀ, ਸੱਚਾ ਇਨੋਸੈਂਟ ਲਵਲੀ ਚਾਈਲਡ। ਮੈਂ ਤਾਂ ਵੈਸੇ ਦੇਖ ਕੇ ਉਹਦਾ ਪਿਆਰ ਆਉਂਦਾ ਹੈਗਾ। ਅਤੇ ਤਾਂ ਇੱਕ ਲੇਡੀ ਨੂੰ ਜਿਹੜੀ ਗੁਆਂਢਣ ਸੀਗੀ, ਜਿਹੜੀ ਭੂਆ ਕਹਿੰਦੀ ਸੀ, ਉਹਨੂੰ ਤਰਸ ਨਹੀਂ ਆਇਆ। ਕੰਜਕਾਂ ਤੋਂ ਪੂਜਦੀ ਹੁੰਦੀ ਸੀ ਤੇ ਉਹਦੇ ਭਰਾ ਨੂੰ ਵੀ ਨਾਲ ਲੈ ਕੇ ਚੱਲੀ ਸੀ। ਉਹ ਕਿੰਨਾ ਅਨਫੋਰਚੂਨੇਟ ਹੈ, ਮਤਲਬ ਸੁਸਾਇਟੀ ਸਾਡੀ ਕਿੰਨੀ ਗਿਰ ਚੱਲੀ ਹੈਗੀ ਹੈ। ਸੋ ਅੱਜ ਲੋੜ ਹੈਗੀ ਹੈ। ਮੈਂ ਤਾਂ ਸੁਸਾਇਟੀ ਨੂੰ ਆਵਾਜ਼ਾਂ ਮਾਰਦਾ, ਮੈਂ ਤਾਂ ਲੋਕਾਂ ਨੂੰ ਆਵਾਜ਼ਾਂ ਮਾਰਦਾ। ਕੈਨੇਡਾ ਅਮਰੀਕਾ ਦੇ ਵਿੱਚ ਕਈ ਸਾਡੇ ਹੱਥੋਂ ਬਰੀ ਹੋਏ ਬੱਚੇ ਬਾਹਰ ਬੈਠੇ ਆ, ਉਹਨਾਂ ਨੂੰ ਵੀ ਕਹਿਣਾ, ਰਿਕੁਐਸਟ ਕਰਦਾ ਕਿ ਭਾਈ ਇੱਦਾਂ ਦੇ ਪਰਿਵਾਰ ਦੀ ਮਦਦ ਕਰੋ। ਔਰ ਸਾਰੇ ਸੁਸਾਇਟੀ ਦੇ ਵਿੱਚ ਇੱਕ ਨਿਗਾਰ ਆ ਗਿਆ, ਉਹ ਸੁਸਾਇਟੀ ਨੂੰ ਆਪਾਂ ਸਾਰਿਆਂ ਨੇ ਚੱਕਣਾ, ਸਾਨੂੰ ਕਿਸੇ ਸਰਕਾਰ ਨੇ ਨਹੀਂ ਚੱਕ ਕੇ ਦੇਣਾ। ਅਸੀਂ we have lost faith in governments. I'm telling you, we have lost, society has lost faith in governments. Society has lost faith in this executive system ਜਿਹੜਾ ਸਾਡੇ IAS IPS ਲੌਬੀ ਹੈਗੀ ਆ, PPS ਲੌਬੀ, PCS ਲੌਬੀ ਹੈਗੀ ਆ, ਥੱਲੇ ਕਲੈਰੀਕਲ ਲੈਵਲ ਹੈ। ਕਿਉਂਕਿ ਸਾਡੇ ਉਹ ਕਹਿੰਦੇ ਆ ਨਾ, ਸੁਸਾਇਟੀ 'ਚ ਆਮ ਆਵਾਜ਼ ਹੈ ਕਿ ਇੰਨੀ ਜ਼ਿਆਦਾ ਇਨਫਿਲਟਰੇਟ ਕਰ ਚੁੱਕੀ ਕਰਪਸ਼ਨ ਸਾਡੇ ਰਗਾਂ 'ਚ ਆ ਗਈ, ਸਾਡੇ ਖੂਨ 'ਚ ਆ ਗਈ ਹੈ। ਇਹ ਤੋਂ ਬਾਹਰ ਸਾਨੂੰ ਕੋਈ ਨਹੀਂ ਲਿਆ ਸਕਦਾ। ਇਹ ਤੋਂ ਬਾਹਰ ਅਸੀਂ ਆਪ ਆਉਣਾ। ਇਹ ਤੋਂ ਬਾਹਰ ਆਵਾਂਗੇ ਤਾਂ ਜੇ ਆਪਾਂ ਲੜਾਈ ਆਪ ਲੜਾਂਗੇ। ਅੱਜ ਬੱਚੇ ਦੀ ਲੜਾਈ ਸ਼ੁਰੂ ਹੋਈ ਹੈ, ਮੈਂ ਤਾਂ ਕਹਿੰਦਾ ਲੜਾਈ ਮਾਸਿਸ ਦੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੇ ਬੱਚਿਆਂ ਦੇ, ਆਪਣੇ ਆਲੇ ਦੁਆਲੇ ਖਿਆਲ ਰੱਖੀਏ ਤਾਂ ਕੋਈ ਇੱਦਾਂ ਦਾ ਸੈਕਿੰਡ ਇਨਸੀਡੈਂਟ ਨਾ ਹੋ ਸਕੇ। ਮੇਰੇ ਤਾਂ ਇੰਨੀ ਕੋਈ ਰਿਕੁਐਸਟ ਹੈਗੀ ਹੈ। ਤੇ ਸਰ ਹੁਣ ਇਸ ਕੇਸ ਦੀ ਸੁਣਵਾਈ ਬਾਰੇ ਤੁਸੀਂ ਕਲਾਸ ਵਿੱਚ ਮੈਸੇਜ ਕੀ ਦੇਣਾ ਚਾਹੋਗੇ ਕਿ ਕਿੰਨੀ ਜਲਦ ਤੋਂ ਜਲਦ ਇਸ ਬੱਚੀ ਨੂੰ, ਇਸ ਪਰਿਵਾਰ ਨੂੰ ਇਨਸਾਫ ਮਿਲੇ? ਦੇਖੋ, ਪੁਲਿਸ ਨੂੰ ਚਲਾਨ ਪੇਸ਼ ਕਰ ਲੈਣ ਦਿਓ, ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਵਿਲ ਮੂਵ ਟੂ ਦੀ ਸੁਪੀਰੀਅਰ ਕੋਰਟ ਐਂਡ ਵਿਲ ਰਿਕੁਐਸਟ ਦੈਮ ਫॉर ਅ ਫਾਸਟ ਟਰੈਕ ਕੇਸ ਆਫ ਦਿਸ ਥਿੰਗ। ਫਾਸਟ ਟਰੈਕ ਕੇਸ ਅਸੀਂ ਇਹੀ ਨਹੀਂ, ਅਸੀਂ ਐਪਲੀਕੇਸ਼ਨ ਅਲਾਓ ਵੀ ਕਰਾਵਾਂਗੇ, ਪ੍ਰੋਸੀਕਿਊਸ਼ਨ ਨੂੰ ਵੀ ਅਸੀਂ ਮੂਵ ਕਰਾਂਗੇ, ਐਪਲੀਕੇਸ਼ਨ ਆਪਣੇ ਵੱਲੋਂ ਵੀ ਕਰਾਂਗੇ। ਬੀਇੰਗ ਅ ਕੰਪਲੇਨੈਂਟ, ਲਾਇਰ ਆਫ ਦੀ ਕੰਪਲੇਨੈਂਟ, ਆਈ ਵਿਲ ਹੈਵ ਅ ਰਾਈਟ ਟੂ ਮੂਵ ਇਟ। ਔਰ ਕਰਕੇ ਅਸੀਂ ਐਜ਼ ਸੂਨ ਐਜ਼ ਪੋਸੀਬਲ, ਮੈਂ ਆਪਣਾ ਤੁਹਾਨੂੰ ਦੱਸ ਰਿਹਾ ਕਿ ਇੱਕ ਵਾਰੀ ਅਗਰ ਹੋ ਗਿਆ ਤਾਂ 2 ਮਹੀਨਾ ਜਿਹੜਾ ਹੈਗਾ ਮੈਂ ਟਰਾਈ ਕਰੂੰਗਾ ਕਿ ਇਹਨੂੰ ਟਰਾਇਲ ਨੂੰ ਖ਼ਤਮ ਕਰੀਏ। 2 ਮਹੀਨੇ ਟਰਾਇਲ ਖ਼ਤਮ ਕਰਕੇ ਅਤੇ ਬੱਚਾ ਜਿਹੜਾ ਹੈ ਸਾਡਾ ਦਿਲਰੋਜ਼ ਹੈਗਾ ਸਾਡਾ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਉਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਤਾਂ ਇਹ ਸੀਗੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਪਿੱਛੇ ਨਹੀਂ ਹਟਣਗੇ। ਸਖਤ ਤੋਂ ਸਖਤ ਉਸ ਜਨਾਨੀ ਨੂੰ ਸਜ਼ਾ ਮਿਲੇਗੀ, ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਤਾਂ ਉਸ ਬੱਚੀ ਨੂੰ ਇਨਸਾਫ ਮਿਲੇਗਾ। ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾਏਗੀ ਕਿ ਫਾਸਟ ਟਰੈਕ ਕੋਰਟ ਵਿੱਚ ਇਸ ਕੇਸ ਨੂੰ ਲਿਆਇਆ ਜਾਏ ਅਤੇ ਜਲਦ ਤੋਂ ਜਲਦ 2-2.5 ਮਹੀਨਿਆਂ ਦੇ ਅੰਦਰ ਹੀ ਜਾਂ ਉਸ ਤੋਂ ਵੀ ਜਲਦੀ ਜਿਹੜਾ ਹੈ ਇਸ ਬੱਚੀ ਨੂੰ ਇਨਸਾਫ ਮਿਲੇ ਅਤੇ ਉਸ ਨੀਲਮ ਨੂੰ, ਜਿਹੜੀ ਉਹ ਗੁਆਂਢਣ ਸੀ ਜਿਸ ਨੇ ਉਸ ਬੱਚੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ, ਉਸ ਛੋਟੀ ਮਾਸੂਮ ਜੀ ਬੱਚੀ ਜਿਸ ਦਾ ਕੋਈ ਕਸੂਰ ਨਹੀਂ ਸੀ, ਤੇ ਉਸ ਨੀਲਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡੀ ਸੁਸਾਇਟੀ ਜਿਹੜੀ ਹੈ ਉਸ ਨੂੰ ਵੀ ਇੱਕ ਵਾਰ ਫਿਰ ਤੋਂ ਲਾਅ ਐਂਡ ਆਰਡਰ ਤੇ ਜਿਹੜਾ ਹੈ ਵਿਸ਼ਵਾਸ ਹੋ ਜਾਵੇ ਤੇ ਇਹ ਜਿਹੜਾ ਕੇਸ ਹੈ ਇਸ ਨੂੰ ਜਲਦ ਤੋਂ ਜਲਦ ਜਿਹੜਾ ਹੈ ਇਸ ਤੇ ਸੁਣਵਾਈ ਕੀਤੀ ਜਾਏਗੀ। ਪੁਲਿਸ ਵੀ ਇਸ ਦੀ ਕੜੀ ਤੋਂ ਕੜੀ ਜੋੜਨ 'ਚ ਲੱਗੀ ਹੋਈ ਹੈ। ਇਨਵੈਸਟੀਗੇਸ਼ਨ ਹਾਲੇ ਪੂਰੀ ਚੱਲ ਰਹੀ ਹੈ ਤੇ ਜਿਹੜੇ ਇਹ ਪਰਉਪਕਾਰ ਸਿੰਘ ਘੁੰਮਣ ਇਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਜਿਹੜਾ ਹੈ ਇਸ ਕੇਸ ਤੇ ਸੁਣਵਾਈ ਕੀਤੀ ਜਾਏਗੀ ਤੇ ਉਸ ਬੱਚੀ ਨੂੰ ਤੇ ਉਸ ਪਰਿਵਾਰ ਨੂੰ ਜਲਦ ਇਨਸਾਫ ਮਿਲੇਗਾ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਪ੍ਰੀਤ ਕੌਰ, ਕੈਮਰਾਮੈਨ ਦੀਪਕ ਖੇਵਾ ਦੇ ਨਾਲ, ਲੁਧਿਆਣਾ ਟਾਈਮਸ।